बिस्मिल्लाहिर्रहमानिर्रहीम। सजनों ते मित्रों, ਤੁਹਾਡਾ ਵੀਰ ਫਕੀਰ ਅਫਤਾਬ ਭੱਟੀ ਇਸਲਾਮਾਬਾਦ ਨਿਊਜ਼ ਦੇ ਪਲੇਟਫਾਰਮ ਤੋਂ ਹਾਜ਼ਰ ਹੈ। ਰਊਫ ਹਸਨ ਤੇ ਸ਼ੋਏਬ ਸ਼ਾਹੀਨ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ, ਮੀਡੀਆ ਦੇ ਨਾਲ ਗੱਲ ਕਰਦੇ ਆਏ ਹਨ। ਉਹਨਾਂ ਨੇ ਕਿਹਾ ਜੀ ਕਿ IMF ਦੀ ਜਿਹੜੀ ਰਿਪੋਰਟ ਆਈ ਹੈ ਉਹ ਬੜੀ ਕਲੀਅਰ ਆਈ ਹੈ ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਪਾਕਿਸਤਾਨ ਜਿਹੜਾ ਹੈ ਇਹਦੇ ਵਿੱਚ ਸਿਆਸੀ ਇਸਤੇਕਾਮ ਨਹੀਂ ਹੈ। ਤੇ ਦੂਜੀ ਗੱਲ ਉਹਨਾਂ ਨੇ ਇਹ ਕੀਤੀ ਹੈ ਜੀ ਕਿ ਜਿਹੜੇ ਲੋਕ ਇਨਵੈਸਟਮੈਂਟ ਕਰਨਾ ਚਾਹ ਰਹੇ ਸਨ ਇੱਥੇ, ਉਹਨਾਂ ਦਾ ਵੀ ਫਿਲਹਾਲ ਜਿਹੜਾ ਪਲਾਨ ਹੈ ਉਹ ਫੌਰੀ ਤੌਰ ਤੇ ਇਨਵੈਸਟਮੈਂਟ ਕਰਨ ਦਾ ਨਹੀਂ। ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਕਿ ਜਿੰਨੇ ਕੁ ਜ਼ਖਮ ਹੋ ਚੁੱਕੇ ਨੇ ਨਾ, ਉਹਨਾਂ ਨੂੰ ਮਜ਼ੀਦ ਖੁਰਚਣ ਦੀ ਬਜਾਏ ਉਹਨਾਂ ਤੇ ਮਰਹਮ ਰੱਖਣ ਦੀ ਜ਼ਰੂਰਤ ਹੈ। ਤੇ ਬਾਕੀ ਉਹਨਾਂ ਨੇ ਕਿਹਾ ਜੀ ਕਿ ਜਿਹੜਾ ਕਸ਼ਮੀਰ ਦੇ ਵਿੱਚ ਜੋ ਡਡਿਆਲ ਦੇ ਵਿੱਚ ਹੋਇਆ ਹੈ, ਜੋ ਵੀ ਉੱਥੇ ਹੋਇਆ ਹੈ, ਉਹਨੇ ਕਿਹਾ ਜੀ ਇਸ ਹਿਸਾਬ ਨਾਲ ਅਗਰ ਵੇਖੀਏ ਤਾਂ ਮੁਲਕ ਜਿਹੜਾ ਹੈ ਉਹ ਹਾਲਤ ਜੰਗ ਵਿੱਚ, ਤੇ ਜੰਗ ਦਾ ਸਮਾਂ ਹੈ, ਇਸ ਨੂੰ ਖਤਮ ਕੀਤਾ ਜਾਏ ਔਰ ਇਹਨੂੰ ਪਾਕਿਸਤਾਨ ਨੂੰ ਆਈਨ ਔਰ ਕਾਨੂੰਨ ਔਰ ਇਨਸਾਫ ਦੇ ਰਸਤੇ ਤੇ ਚੱਲਣ ਦਿੱਤਾ ਜਾਏ। ਤੇ ਬਾਕੀ ਉਹਨਾਂ ਗੱਲ ਕੀਤੀ ਹੈ ਜੀ ਕਿ ਫਰਦੇ ਵੈਦ ਜਿਹੜਾ ਹੈ ਉਹ ਇਸ ਮੁਲਕ ਦੇ ਸਿਆਸਤ ਤੇ ਔਰ ਇਦਾਰਿਆਂ ਤੇ ਆਪਣੀ ਮਰਜ਼ੀ ਜਿਹੜੀ ਹੈ ਉਹ ਕਰਦਾ ਹੈ, ਉਹ ਨਹੀਂ ਕਰਨੀ ਚਾਹੀਦੀ, ਉਹਨੂੰ ਉਸ ਤੇ ਕੰਟਰੋਲ ਕਰਨਾ ਚਾਹੀਦਾ ਹੈ। ਤੇ ਦੂਜਾ ਉਹਨੇ ਕਿਹਾ ਜੀ ਕਿ ਮੁਲਕ ਜਿਹੜਾ ਹੈ ਉਹਦੇ ਇਦਾਰੇ ਔਰ ਮੁਲਕ ਨੂੰ ਆਜ਼ਾਦ ਕੀਤਾ ਜਾਏ ਤਾਂ ਕਿ ਮੁਲਕ ਜਿਹੜਾ ਹੈ ਇਹ ਤਰੱਕੀ ਦੀ ਰਾਹ ਤੇ ਚੱਲ ਸਕੇ। ਬਾਕੀ ਉਹਨਾਂ ਨੇ ਰਊਫ ਸਾਹਿਬ ਨੇ ਕਿਹਾ ਜੀ ਕਿ ਮੁਲਕ ਬੜਾ ਕਮਜ਼ੋਰ ਹੋ ਗਿਆ ਔਰ ਇਸ ਵਕਤ ਪਾਕਿਸਤਾਨ ਨੂੰ ਕੋਈ ਮੰਗਿਆਂ ਤੰਗਿਆਂ ਵੀ ਕੁਝ ਨਹੀਂ ਦਿੰਦਾ ਪਿਆ, ਤੇ ਅਜੀਬ ਜਿਹੀ ਸੂਰਤ ਹਾਲ ਹੈ। ਤੇ ਬਾਕੀ ਉਹਨੇ ਕਿਹਾ ਜੀ ਕਿ ਮੁਲਕ ਨੂੰ ਇਸ ਹਾਲਤ ਦੇ ਵਿੱਚ ਪਹੁੰਚਾਉਣ ਵਾਲਾ ਕੌਣ ਹੈ। ਉਹਨੇ ਕਿਹਾ ਜੀ ਕਿ ਭੀਖ ਮੰਗ ਕੇ ਵੀ ਮੁਲਕ ਦੇ ਐਸਟ ਜਿਹੜੇ ਨੇ ਉਹ ਗਿਰਵੀ ਰੱਖ ਕੇ ਵੀ ਤੇ ਇਸ ਮੁਲਕ ਨੂੰ ਨਹੀਂ ਚਲਾਇਆ ਜਾ ਸਕਦਾ, ਸਿਆਸੀ ਇਸਤੇਕਾਮ ਨਹੀਂ ਹੈ। ਤੇ ਬਾਕੀ ਸ਼ੋਏਬ ਸ਼ਾਹੀਨ ਨੇ ਗੱਲ ਕਰਦੇ ਆਇਆ ਕਿਹਾ ਹੈ ਜੀ ਕਿ DGI SPR ਦੀ ਜਿਹੜੀ ਕਾਨਫਰੰਸ ਹੈ ਉਹ ਆਇਨ ਸ਼ਿਕਨੀ ਹੈ ਔਰ ਆਇਨ ਸ਼ਿਕਨੀ ਦੀ ਸਜ਼ਾ ਤੁਹਾਨੂੰ ਪਤਾ ਹੈ ਕਿ ਕਾਨੂੰਨ ਦੇ ਵਿੱਚ ਕੀ ਹੈ। ਉਹਨੇ ਫਿਰ ਮੁਸ਼ਰਫ ਦਾ ਜ਼ਿਕਰ ਕੀਤਾ ਕਿ ਜਸਟਿਸ ਵਕਾਰ ਨੇ ਕਿਹਾ ਸੀ ਕਿ ਮੁਸ਼ਰਫ ਨੂੰ ਕਬਰ ਦੇ ਵਿੱਚੋਂ ਕੱਢ ਕੇ ਅਲਾਮਤੀ ਫਾਂਸੀ ਦਿਓ ਤਾਂ ਕਿ ਕੋਈ ਹੋਰ ਮਾਰਸ਼ੱਲਾ ਨਾ ਲਾਵੇ। ਤੇ ਉਹ ਫਿਰ ਮੁਸ਼ਰਫ ਜਿਵੇਂ ਗਿਆ, ਜਿਵੇਂ ਉਹ ਮਰਿਆ, ਜੋ ਉਹਦੀ ਹਾਲਤ ਹੋਈ, ਅੱਲਾ ਮਾਫ ਕਰੇ, ਅੱਲਾ ਤਾਲਾ ਨੇ ਉਹਦੀ ਸਜ਼ਾ ਕੀਤਿਆਂ ਦੀ ਦੇ ਦਿੱਤੀ। ਤੇ ਬਾਕੀ ਉਹਨੇ ਕਿਹਾ ਜੀ ਕਿ ਆਪਣਾ ਏਜੰਸੀਆਂ ਜਿਹੜੀਆਂ ਨੇ ਉਹਨਾਂ ਦਾ ਕਿਰਦਾਰ ਜਿਹੜਾ ਹੈ ਉਹ ਸਾਡੇ ਕੋਲ ਸਾਡੀ ਸਿਆਸਤ ਦੇ ਵਿੱਚ ਬਹੁਤ ਜ਼ਿਆਦਾ ਹੈ ਔਰ ਇਸ ਤੋਂ ਇਲਾਵਾ ਸਾਡੀ ਅਦਾਲਤ ਜਿਹੜੀ ਹੈ, ਜੁਡੀਸ਼ਰੀ ਜਿਹੜੀ ਹੈ, ਉਹਨੂੰ ਏਜੰਸੀਆਂ ਜਿਹੜੀਆਂ ਨੇ ਉਹ ਹੈਂਡਲ ਕਰਦੀਆਂ ਨੇ ਔਰ ਉਹਨਾਂ ਨੂੰ ਡਿਕਟੇਸ਼ਨ ਦੇਣੀਆਂ ਨੇ ਔਰ ਉਹਨਾਂ ਦੇ ਉੱਤੇ ਉਹ ਪ੍ਰੈਸ਼ਰ ਪਾਉਂਦੀਆਂ ਨੇ, ਆਪਣੀ ਮਰਜ਼ੀ ਦੇ ਫੈਸਲੇ ਲੈਂਦੀਆਂ ਨੇ। ਔਰ PTI ਦੇ ਨਾਲ ਇਲੈਕਸ਼ਨ ਕਮਿਸ਼ਨ ਨੇ ਜੋ ਕੀਤਾ ਹੈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਤੇ ਜਿਹੜਾ ਇਨਕਲਾਬ ਹੈ ਉਹ ਵੋਟ ਦੇ ਥਰੂ ਹੀ ਹੁੰਦਾ ਹੈ, ਤੇ ਉਹ 8 ਤਰੀਕ ਨੂੰ ਵੋਟ ਦੇ ਥਰੂ ਇਨਕਲਾਬ ਆ ਗਿਆ ਹੈ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਫਿਰ ਰਊਫ ਸਾਹਿਬ ਨੇ ਗੱਲ ਕਰਦੇ ਆ ਕਿਹਾ ਹੈ ਜੀ ਕਿ ਇਸ ਟਾਈਮ ਜਿਹੜੀ ਸੂਰਤ ਹਾਲ ਹੈ ਉਹ 1971 ਵਾਲੀ ਹੈ। ਤੇ ਬਾਕੀ ਗੱਲ ਮੈਂ ਕੀ ਕਰਨੀ ਹੈ, ਗੱਲ ਇਹ ਹੈ ਕਿ ਜਦੋਂ ਇਹਨਾਂ ਨੂੰ ਹਕੂਮਤਾਂ ਦੇ ਵਿੱਚੋਂ ਕੱਢਿਆ ਜਾਂਦਾ ਹੈ ਉਦੋਂ ਇਹ ਆਇਨ ਪ੍ਰਸਤ ਹੋ ਜਾਂਦੇ ਨੇ, ਤੇ ਜਦੋਂ ਇਹ ਹਕੂਮਤਾਂ ਦੇ ਵਿੱਚ ਹੁੰਦੇ ਨੇ ਉਸ ਵੇਲੇ ਆਇਨ ਵੀ ਠੀਕ ਹੁੰਦਾ ਹੈ, ਕਾਨੂੰਨ ਵੀ ਠੀਕ ਹੁੰਦਾ ਹੈ, ਹਰ ਸ਼ੈ ਠੀਕ ਹੁੰਦੀ ਹੈ। ਗੱਲ ਸਿਰਫ ਇੰਨੀ ਹੈ ਕਿ ਸ਼ੋਏਬ ਸ਼ਾਹੀਨ ਸਾਹਿਬ ਔਰ PTI ਦੇ ਮੇਰੇ ਦੋਸਤੋ, ਮੇਰੇ ਪਿਆਰੇ ਤੇ ਸੋਹਣੇ ਵੀਰੋ, ਗੱਲ ਇਹ ਵੇ ਕਿ PTI ਇਮਰਾਨ ਖਾਨ ਨੂੰ ਜਦੋਂ ਵਜ਼ੀਰ ਆਜ਼ਮ ਬਣਾਇਆ ਗਿਆ ਸੀ ਉਦੋਂ RTS ਜਿਹੜਾ ਹੈ ਉਹਨੂੰ ਬਿਠਾ ਕੇ ਇਹਨੂੰ ਵਜ਼ੀਰ ਆਜ਼ਮ ਬਣਾ ਦਿੱਤਾ ਗਿਆ। ਅੱਜ ਜਿਹੜਾ ਹੈ ਉਹ ਜਨਾਬ ਫਾਰਮ 47 ਜਿਹੜਾ ਹੈ ਉਹਦੇ ਤਹਿਤ ਬਣਾ ਦਿੱਤਾ ਗਿਆ ਸ਼ਬਾਜ਼ ਸ਼ਰੀਫ ਨੂੰ। ਇਹ ਪੈਮਾਨਾ ਤਾਂ ਇੱਕ ਹੀ ਹੈ, ਤੁਹਾਡੇ ਵਾਸਤੇ ਵੀ ਉਸ ਟਾਈਮ ਇਹ ਪੈਮਾਨਾ ਸੀ, ਇਹਨਾਂ ਵਾਸਤੇ ਵੀ ਹੁਣ ਇਹ ਪੈਮਾਨਾ ਹੈ। ਅਗਰ ਵੇਖਿਆ ਜਾਏ ਪੈਮਾਨਾ ਇੱਕ ਹੀ ਹੈ, ਲੇਕਿਨ ਗੱਲ ਇਹ ਵੇ ਕਿ ਜਿੰਨੀ ਦੇਰ ਤੱਕ ਮੇਰੇ ਸੋਹਣੇ ਵੀਰੋ PTI ਵਾਲਿਓ ਤੁਸੀਂ ਪਾਰਲੀਮੈਂਟ ਦੇ ਵਿੱਚ ਬਹਿ ਕੇ ਸਿਆਸੀ ਜਮਾਤਾਂ ਦੇ ਨਾਲ ਰਲ ਕੇ ਕਾਨੂੰਨ ਸਾਜ਼ੀ
ਕਰਕੇ ਤੁਸੀਂ ਇਹ ਸਾਰੇ ਸਿਸਟਮ ਨੂੰ ਮਜ਼ੀਦ ਬਿਹਤਰ ਕਰ ਲਓ। ਤੇ ਜੇ ਤੁਸੀਂ ਬਾਹਰ ਹੀ ਇੱਕ ਦੂਜੇ ਦੇ ਕੁੱਤਿਆ ਕਰਨੀ ਔਰ ਮਾਂ ਭੈਣ ਇੱਕ ਕਰਦਿਆਂ ਰਹਿਣਾ, ਇੱਕ ਉੱਠਦਾ ਹੈ ਉਹ ਜਨਾਬ ਸਟੈਬਲਿਸ਼ਮੈਂਟ ਦੇ ਖਿਲਾਫ ਹੋ ਜਾਂਦਾ ਹੈ, ਦੂਜਾ ਉੱਠਦਾ ਹੈ ਤੇ ਸਟੈਬਲਿਸ਼ਮੈਂਟ ਦੀ ਜੋੜੀ ਵਿੱਚ ਪੈ ਜਾਂਦਾ ਹੈ। ਜਦੋਂ ਤੁਹਾਡਾ ਆਪਣਾ ਕਰੈਕਟਰ ਇਸ ਤਰ੍ਹਾਂ ਦਾ ਹੈ, ਜਦੋਂ ਤੁਸੀਂ ਬਾਰ-ਬਾਰ ਇੱਕ ਹੀ ਗੱਲ ਕਰਦੇ ਹੋ ਕਿ ਅਸੀਂ ਗੱਲ ਕਰਨੀ ਹੈ ਤੇ ਆਰਮੀ ਨਾਲ ਕਰਨੀ ਹੈ, ਆਰਮੀ ਚੀਫ ਨਾਲ ਕਰਨੀ ਹੈ, ਏਜੰਸੀਆਂ ਨਾਲ ਗੱਲ ਕਰਨੀ ਹੈ, ਤੇ ਫਿਰ ਬਾਰ-ਬਾਰ ਫੌਜ ਨੂੰ ਸਿਆਸਤ ਵਿੱਚ ਕਿਉਂ ਤਰੀਕਦੇ ਹੋ? ਫੌਜ ਨੂੰ ਸਾਈਡ ਤੇ ਕਰੋ, ਆਰਮੀ ਚੀਫ ਨੂੰ ਸਾਈਡ ਤੇ ਕਰੋ, ਤੁਸੀਂ ਸਾਰੀਆਂ ਸਿਆਸੀ ਜਮਾਤਾਂ ਬਹਿ ਜਾਓ, ਬਹਿ ਕੇ ਗੱਲ ਕਰ ਲਓ ਤੇ ਵਿੱਚੋਂ ਕੋਈ ਨਾ ਕੋਈ ਰਾਹ ਨਿਕਲ ਆਏਗੀ, ਕਿਉਂਕਿ ਗੱਲਾਂ ਨਾਲ ਹੀ ਰਾਹ ਨਿਕਲਦੀ। ਗੱਲ ਇਹ ਵੇ ਕਿ ਗੱਲਬਾਤ ਹੀ ਜਿਹੜੀ ਹੈ ਉਹੀ ਹੱਲ ਹੈ, ਉਹਦੇ ਤੋਂ ਬਗੈਰ ਕੋਈ ਹੱਲ ਨਹੀਂ। ਔਰ ਗੱਲਬਾਤ ਵੀ ਪਾਰਲੀਮੈਂਟ ਦੇ ਫੋਰਮ ਦੇ ਉੱਤੇ ਅਗਰ ਕੀਤੀ ਜਾਏ ਤੇ ਉਹ ਮਾਨੀਖੇਜ਼ ਹੋ ਸਕਦੀ ਹੈ, ਉਹਦੇ ਵਿੱਚੋਂ ਕੁਝ ਨਿਕਲ ਸਕਦਾ ਹੈ। ਜੇ ਤੁਸੀਂ ਉਹ ਬਾਰ-ਬਾਰ ਇੱਕ ਹੀ ਰੱਟ ਲਾਈ ਰੱਖਣੀ ਹੈ ਕਿ ਅਸੀਂ ਫੌਜ ਨਾਲ ਗੱਲ ਕਰਨੀ ਹੈ, ਤਾਂ ਫਿਰ ਤੁਸੀਂ ਫੌਜ ਤਾਂ ਤੁਹਾਡੇ ਨਾਲ ਗੱਲ ਨਹੀਂ ਜੇ ਕਰਨੀ। ਤੇ ਬਾਕੀ ਕੋਈ ਆਰਟੀਐਸ ਭਾ ਕੇ ਲਿਆਇਆ ਜਾਂਦਾ ਹੈ ਤੇ ਕੋਈ ਫਾਰਮ 47 ਦੇ ਤਹਿਤ ਲਿਆਇਆ ਜਾਂਦਾ ਹੈ। ਅੱਜ ਸ਼ੇਰ ਸ਼ਾਹੀ ਨੂੰ ਮਜ਼ੇ ਦੀ ਗੱਲ ਹੈ ਕਿ ਅੱਜ ਭੁੱਟੋ ਦਾ ਕਤਲ ਵੀ ਯਾਦ ਆ ਗਿਆ, ਅੱਜ ਫਾਤਿਮਾ ਜਨਾਹ ਦਾ ਵੀ ਯਾਦ ਆ ਗਿਆ, ਅੱਜ ਲਿਆਕਤ ਅਲੀ ਖਾਨ ਵੀ ਯਾਦ ਆ ਗਿਆ, ਅੱਜ ਬੇਨਜ਼ੀਰ ਵੀ ਯਾਦ ਆ ਗਈ। ਯਾਰ ਅਜੀਬ ਹੈ, ਅਜੀਬ ਖੇਡ ਖੇਡਦੇ ਨੇ ਇਹ ਸਿਆਸਤਦਾਨ ਸਾਡੇ ਨਾਲ। ਆਵਾਮ ਨੂੰ ਪਤਾ ਨਹੀਂ ਕਿਉਂ ਇਸ ਗੱਲ ਦੀ ਸਮਝ ਨਹੀਂ ਆਉਂਦੀ। ਤੁਸੀਂ ਅੱਜ ਇਮਰਾਨ ਖਾਨ ਨੂੰ, ਪੀਟੀਆਈ ਨੂੰ ਸਟੈਬਲਿਸ਼ਮੈਂਟ ਜੋੜੀ ਵਿੱਚ ਪਾ ਲਵੇ, ਫਿਰ ਜਨਾਬ ਕਾਨੂੰਨ ਵੀ ਠੀਕ ਹੈ, ਆਈਨ ਵੀ ਠੀਕ ਹੈ, ਸਭ ਕੁਝ ਠੀਕ ਹੈ। ਤੇ ਜੇ ਨਵਾਜ਼ ਸ਼ਰੀਫ, ਫਿਰ ਵੇਖਣਾ ਤੁਸੀਂ ਅੱਜ ਇਮਰਾਨ ਖਾਨ ਨੂੰ ਸਟੈਬਲਿਸ਼ਮੈਂਟ ਜੋੜੀ ਵਿੱਚ ਪਾ ਲਵੇ, ਫਿਰ ਨੂਨ ਲੀਗ, ਪੀਪਲਸ ਪਾਰਟੀ, ਇਹ ਸਾਰੇ ਜਿਹੜੇ ਨੇ ਜਨਾਬ ਇਹ ਆਈਨ ਔਰ ਕਾਨੂੰਨ ਦੀ ਦਵਾਈ ਦੇਣਗੇ। ਉਹ ਭਾਈ ਆਈਨ ਜਿਹੜਾ ਹੈ ਉਹ ਕਿਤਾਬਾਂ ਦੇ ਵਿੱਚ, ਉਹ ਲਫ਼ਜ਼ਾਂ ਦੀ ਸ਼ਕਲ ਦੇ ਵਿੱਚ, ਤੇ ਉਹ ਸਾਡੇ ਵਾਸਤੇ, ਉਹ ਤੁਹਾਡੇ ਵਾਸਤੇ ਨਹੀਂ ਹੈ। ਮੈਂ ਤਾਂ ਨਹੀਂ ਵੇਖਿਆ ਕਿਸੇ ਹੋਰ ਨੂੰ ਕੋਈ 7 ਬੈਰਕਾਂ ਤਰੋੜ ਕੇ ਕਿਸੇ ਨੂੰ ਐਡੀ ਵੱਡੀ ਜਗ੍ਹਾ ਜੇਲ੍ਹ ਵਿੱਚ ਬਣਾ ਕੇ ਦਿੱਤੀ ਜਾਏ। ਗੱਲ ਇਹ ਵੇ ਕਿ ਇਹ ਕਾਨੂੰਨ, ਆਈਨ, ਇਹ ਸਭ ਕੁਝ ਸਾਡੇ ਵਾਸਤੇ, ਇਹ ਨਾ ਇਮਰਾਨ ਖਾਨ ਤੇ ਲਾਗੂ ਹੁੰਦਾ ਹੈ, ਨਾ ਇਹ ਨਵਾਜ਼ ਸ਼ਰੀਫ ਤੇ ਲਾਗੂ ਹੁੰਦਾ ਹੈ, ਨਾ ਇਹ ਸਿਆਸਤਦਾਨਾਂ ਤੇ ਉਸ ਤਰ੍ਹਾਂ ਲਾਗੂ ਹੁੰਦਾ ਹੈ। ਇਹ ਉਦੋਂ ਹੀ ਲਾਗੂ ਹੁੰਦਾ ਜਦੋਂ ਇਹ ਹਕੂਮਤ ਵਿੱਚੋਂ ਨਿਕਲਦਾ ਹੈ। ਅੱਗੇ ਪਿੱਛੇ ਕਾਨੂੰਨ ਜਿਹੜਾ ਇਹਨਾਂ ਦੇ ਘਰ ਦੀ ਬੰਦ ਹੀ ਹੁੰਦਾ।